ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ ਤੇ ਮੈਂ ਸੁਰਭੀ ਸ਼ਰਮਾ ਹਾਜ਼ਰ ਹੋ ਚੁੱਕੀ ਹਾਂ ਪ੍ਰੋਗਰਾਮ ਇੰਟਰਨੈਸ਼ਨਲ ਅਪਡੇਟ ਲੈ ਕੇ। ਜੀ ਹਾਂ, ਇੰਟਰਨੈਸ਼ਨਲ ਅਪਡੇਟ ਦੇ ਵਿੱਚ ਸਭ ਤੋਂ ਪਹਿਲੀ ਗੱਲ ਅਸੀਂ ਕਰਨ ਜਾ ਰਹੇ ਹਾਂ H1B ਵੀਜ਼ਾ ਧਾਰਕਾਂ ਦੀ। H1B ਵੀਜ਼ਾ ਧਾਰਕ ਜੋ ਕਿ ਅਮਰੀਕਾ ਵਿੱਚ ਬਹੁਤ ਜ਼ਿਆਦਾ ਨੇ। ਜੇ ਮੈਂ ਭਾਰਤੀਆਂ ਦੀ ਗੱਲ ਕਰਾਂ ਤੇ ਸਭ ਤੋਂ ਜ਼ਿਆਦਾ ਇਹ ਵੀਜ਼ਾ ਹਾਸਲ ਕਰਨ ਵਾਲੇ ਭਾਰਤੀ ਹੁੰਦੇ ਹਨ, ਜਿਸ ਵਿੱਚ 72% ਇਹ ਵੀਜ਼ਾ ਭਾਰਤੀਆਂ ਨੂੰ ਮਿਲਦਾ ਹੈ। H1B ਵੀਜ਼ਾ ਇਹ ਉਹ ਵੀਜ਼ਾ ਹੈ ਜੋ ਕਿ ਹੁਨਰਮੰਦ ਕਾਮਿਆਂ ਨੂੰ ਅਮਰੀਕਾ ਵਿੱਚ ਕੰਮ ਕਰਨ ਦਾ ਮੌਕਾ ਦਿੰਦਾ ਹੈ, ਜਿਸ ਦੇ ਥਰੂ ਬਹੁਤ ਸਾਰੇ ਲੋਕ ਜਿਹੜੇ ਨੇ ਅਮਰੀਕਾ ਜਾਣ ਦਾ ਸੁਪਨਾ ਵੇਖਦੇ ਨੇ, ਆਪਣੇ ਭਵਿੱਖ ਨੂੰ ਸੁਧਾਰਦੇ ਹੋਏ ਵੇਖਦੇ ਨੇ ਅਤੇ ਆਪਣੇ ਭਵਿੱਖ ਨੂੰ ਵਧੀਆ ਬਣਦੇ ਹੋਏ ਵੇਖਦੇ ਨੇ। ਪਰ H1B ਵੀਜ਼ਾ ਹੀ ਅਗਰ ਬਦਲ ਦਿੱਤਾ ਜਾਵੇ ਜਾਂ ਸਿਰਫ ਬੰਦ ਕਰ ਦਿੱਤਾ ਜਾਵੇ ਤਾਂ ਤੁਸੀਂ ਸੋਚ ਸਕਦੇ ਹੋ ਕਿ ਇਸ ਦਾ ਕਿੰਨਾ ਜ਼ਿਆਦਾ ਪ੍ਰਭਾਵ ਉਹਨਾਂ ਲੋਕਾਂ ਤੇ ਪਏਗਾ ਜੋ H1B ਵੀਜ਼ਾ ਥਰੂ ਅਮਰੀਕਾ ਵਿੱਚ ਕੰਮ ਕਰਦੇ ਨੇ। ਸੋ H1B ਵੀਜ਼ਾ ਜੋ ਇੰਜੀਨੀਅਰਸ, IT ਜਾਂ ਟੈਕਨੋਲੋਜੀ ਦੇ ਖੇਤਰ ਨਾਲ ਜੁੜੇ ਹੋਏ ਲੋਕਾਂ ਨੂੰ ਬਹੁਤ ਵੱਡਾ ਮੌਕਾ ਦਿੰਦਾ ਹੈ ਅਮਰੀਕਾ 'ਚ ਕੰਮ ਕਰਨ ਦਾ। ਅਤੇ ਇਸ ਦੇ ਥਰੂ ਅੱਜ ਅਮਰੀਕਾ ਵਿੱਚ ਬਹੁਤ ਸਾਰੇ ਭਾਰਤੀ ਕੰਮ ਵੀ ਕਰ ਰਹੇ ਨੇ। H1B ਵੀਜ਼ਾ ਥਰੂ ਵੱਡੀ ਕੰਪਨੀਆਂ ਦੇ ਵਿੱਚ ਅੱਜ ਭਾਰਤੀਆਂ ਦੀ ਸ਼ਮੂਲੀਅਤ ਹੈ, ਜੋ ਕਿ ਅਮਰੀਕਾ ਦੇ ਵਿਕਾਸ ਦੇ ਵਿੱਚ ਇੱਕ ਵੱਡਾ ਯੋਗਦਾਨ ਪਾਉਂਦੇ ਨੇ। ਅਮਰੀਕਾ ਦੀ ਅਰਥ ਵਿਵਸਥਾ ਦੇ ਵਿੱਚ ਭਾਰਤੀਆਂ ਦਾ ਬਹੁਤ ਵੱਡਾ ਯੋਗਦਾਨ ਹੈ, ਕਿਉਂਕਿ ਸਾਡੇ ਬਹੁਤ ਸਾਰੇ ਭਾਰਤੀ ਮੂਲ ਦੇ ਜੋ ਲੋਕ ਨੇ ਅਮਰੀਕਾ ਵਿੱਚ ਰਹਿੰਦੇ ਨੇ, ਕੰਮ ਕਰਦੇ ਨੇ, ਉੱਥੇ ਆਪਣੀਆਂ ਕੰਪਨੀਆਂ ਸਥਾਪਿਤ ਕਰਦੇ ਨੇ, ਲੋਕਾਂ ਨੂੰ ਰੋਜ਼ਗਾਰ ਦਿੰਦੇ ਨੇ। ਸੋ ਇਹ ਸਭ ਰੀਜ਼ਨ ਨੇ ਅਮਰੀਕਾ ਦੇ ਵਿੱਚ ਅਰਥ ਵਿਵਸਥਾ ਨੂੰ ਕਾਇਮ ਰੱਖਣ ਦੇ। ਪਰ ਕੀ ਹੋਏਗਾ ਜੇ ਵੀਜ਼ਿਆਂ ਵਿੱਚ ਕਟੌਤੀ ਕਰ ਦਿੱਤੀ ਜਾਏ, ਵੀਜ਼ੇ ਬੰਦ ਕਰ ਦਿੱਤੇ ਜਾਣ ਜਾਂ ਵੀਜ਼ੇ ਨਿਯਮ ਬਦਲ ਦਿੱਤੇ ਜਾਣ? ਇਸ ਦਾ ਬਹੁਤ ਵੱਡਾ ਅਸਰ ਪੈਂਦਾ ਹੈ ਅਤੇ ਪੈ ਵੀ ਰਿਹਾ ਹੈ, ਕਿਉਂਕਿ ਡੋਨਾਲਡ ਟਰੰਪ ਦੀਆਂ ਇਮੀਗ੍ਰੇਸ਼ਨ ਨੂੰ ਲੈ ਕੇ ਸਖਤ ਨੀਤੀਆਂ ਹਨ। ਇਸ ਸਖਤ ਨੀਤੀਆਂ ਚੱਲਦੇ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਚਿੰਤਾ ਪੈਦਾ ਹੋ ਚੁੱਕੀ ਹੈ। ਇਸ ਚਿੰਤਾ ਦੇ ਚਲਦੇ ਹੁਣ ਇੱਕ ਨਵਾਂ ਆંકੜਾ ਸਾਹਮਣੇ ਆਇਆ ਹੈ। ਇਸ ਆંકੜੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ H1B ਵੀਜ਼ਾ ਅਰਜ਼ੀਆਂ ਨੇ ਉਸ ਵਿੱਚ ਕਮੀ ਆਉਣੀ ਸ਼ੁਰੂ ਹੋ ਚੁੱਕੀ ਹੈ। ਜਦਕਿ H1B ਵੀਜ਼ਾ ਦੇ ਵਿੱਚ ਕਿੰਨੀ ਜ਼ਿਆਦਾ ਐਪਲੀਕੇਸ਼ਨਸ ਆਉਂਦੀਆਂ ਸੀ, ਪਰ ਹੁਣ ਐਸਾ ਨਹੀਂ ਹੋ ਰਿਹਾ। ਇਸ ਵਿੱਚ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਜ਼ਾ ਨੀਤੀਆਂ ਸਖਤ ਕਰ ਦਿੱਤੀਆਂ ਹਨ। ਜਦੋਂ ਤੋਂ ਰਾਸ਼ਟਰਪਤੀ ਟਰੰਪ ਨੇ ਇਹ ਕਿਹਾ ਹੈ ਕਿ H1B ਵੀਜ਼ਾ ਅਮਰੀਕਾ ਫਸਟ ਨੀਤੀ ਦੇ ਮੁਤਾਬਕ ਨਹੀਂ ਹੈ, ਉਦੋਂ ਤੋਂ ਇਸ ਦੀਆਂ ਲੋਟਰੀ ਦੀਆਂ ਅਰਜ਼ੀਆਂ ਅੱਧੀਆਂ ਰਹਿ ਗਈਆਂ ਹਨ, ਕਿਉਂਕਿ ਇਸ ਨੂੰ ਲੈ ਕੇ ਇੱਕ ਚਿੰਤਾ ਇਹ ਬਣ ਗਈ ਹੈ ਕਿ ਅਗਰ ਅਮਰੀਕਾ ਫਸਟ ਨੀਤੀ ਦੇ ਵਿੱਚ H1B ਵੀਜ਼ਾ ਨਹੀਂ ਸ਼ਾਮਲ ਹੋਏਗਾ, ਇਟ ਮੀਨਸ ਕਿ ਆਉਣ ਵਾਲੇ ਸਮੇਂ ਵਿੱਚ H1B ਵੀਜ਼ਾ ਨੂੰ ਲੈ ਕੇ ਕਾਫੀ ਵੱਡੇ ਬਦਲਾਅ ਵੀ ਕੀਤੇ ਜਾ ਸਕਦੇ ਹਨ। ਇਸ ਵੇਲੇ ਸਿਰਫ ਤੁਹਾਨੂੰ ਦੱਸ ਦੇਵਾਂ ਕਿ 2,07,000 ਅਰਜ਼ੀਆਂ ਹੀ ਪ੍ਰਾਪਤ ਹੋਈਆਂ ਹਨ, ਜਦਕਿ 7 ਲੱਖ ਤੋਂ ਵੱਧ ਅਰਜ਼ੀਆਂ ਆਉਣੀਆਂ ਸਨ। ਯਾਨੀ ਕਿ 7 ਲੱਖ ਤੋਂ ਘੱਟ ਕੇ ਸਿਰਫ 2 ਲੱਖ ਤੱਕ ਪਹੁੰਚ ਗਈ ਹੈ। ਇਹ ਅੱਧੀਆਂ ਤੋਂ ਵੀ ਬਹੁਤ ਅੱਧੀਆਂ ਰਹਿ ਗਈਆਂ ਹਨ। ਅਰਜ਼ੀਆਂ ਦੀ ਪ੍ਰਕਿਰਿਆ 3 ਤੋਂ 24 ਮਾਰਚ ਤੱਕ ਸੀ। ਇਸ ਵਾਰ ਐਪਲੀਕੇਸ਼ਨ ਫੀਸ ਵਿੱਚ ਵੀ ਵਾਧਾ ਦਰਜ ਕੀਤਾ ਗਿਆ, ਜੋ ਕਿ 210% ਦਾ ਸੀਗਾ। ਯਾਨੀ ਕਿ ਪਹਿਲਾਂ ਇਹ 840 ਰੁਪਏ ਸੀ ਅਤੇ ਹੁਣ ਇਹ 18,060 ਰੁਪਏ ਹੋ ਗਿਆ। ਕੰਪਨੀਆਂ ਨੂੰ ਇਹ ਖਰਚਾ ਚੁੱਕਣਾ ਪੈਂਦਾ ਹੈ। ਇਸ ਕਾਰਨ ਉਹਨਾਂ ਵੱਲੋਂ ਮੁਲਾਜ਼ਮਾਂ ਦੀ ਚੋਣ ਕਰਨ ਵਿੱਚ ਸਾਵਧਾਨੀ ਵਰਤੀ ਜਾ ਰਹੀ ਹੈ। ਸਿਲੀਕਨ ਵੈਲੀ ਵਿੱਚ 1 ਦਰਜਨ ਤੋਂ ਵੱਧ ਭਾਰਤੀ ਸੌਫਟਵੇਅਰ ਇੰਜੀਨੀਅਰਸ ਰਹਿੰਦੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਵੱਧਦੀ ਲਾਗਤ, ਫੀਸ ਵਿੱਚ ਵਾਧਾ ਅਤੇ ਫਾਈਲਿੰਗ ਦੀਆਂ ਨਵੀਆਂ ਪਾਬੰਦੀਆਂ ਵੀ ਰੁਕਾਵਟਾਂ ਬਣ ਰਹੀਆਂ ਹਨ। ਸਾਨ ਫਰਾਂਸਿਸਕੋ ਵਿੱਚ ਭਾਰਤੀ ਮੂਲ ਦੇ ਇੱਕ ਸੌਫਟਵੇਅਰ ਇੰਜੀਨੀਅਰ ਨੇ ਕਿਹਾ ਕਿ ਨਵੀਂ ਪਾਬੰਦੀਆਂ ਕਾਰਨ ਇੱਕ ਵਿਅਕਤੀ ਸਿਰਫ ਇੱਕ ਪਾਸਪੋਰਟ ਲਈ ਅਰਜ਼ੀ ਦੇ ਸਕਦਾ ਹੈ। ਇਸ ਨਾਲ ਮੰਗ ਪ੍ਰਭਾਵਿਤ ਹੋਈ ਹੈ। ਕਈ ਯੂਨੀਵਰਸਿਟੀਆਂ ਦੇ ਦਾਖਲਾ ਸਲਾਹਕਾਰਾਂ ਅਨੁਸਾਰ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ। ਭਾਰਤੀ ਵਿਦਿਆਰਥੀ ਜੋ ਅਮਰੀਕਾ ਵਿੱਚ ਇਸ ਵੇਲੇ ਬਹੁਤ ਜ਼ਿਆਦਾ ਹਨ। 2025 ਦੇ ਵਿੱਚ ਇੱਕ ਨਵਾਂ ਅੰਕੜਾ ਸਾਹਮਣੇ ਆਇਆ ਸੀ, ਜਿਸ ਵਿੱਚ ਭਾਰਤੀ ਵਿਦਿਆਰਥੀਆਂ ਨੇ ਰਿਕਾਰਡ ਤੋੜ ਦਿੱਤਾ ਸੀਗਾ। ਯਾਨੀ ਕਿ ਚੀਨ ਦਾ ਮੁਕਾਬਲਾ ਕੀਤਾ ਸੀ। ਚੀਨ ਦੇ ਵਿਦਿਆਰਥੀਆਂ ਤੋਂ ਬਾਅਦ ਭਾਰਤੀ ਵਿਦਿਆਰਥੀ ਅੱਜ ਅਮਰੀਕਾ ਵਿੱਚ ਸਭ ਤੋਂ ਜ਼ਿਆਦਾ ਹਨ। ਯਾਨੀ ਕਿ ਸਭ ਤੋਂ ਜ਼ਿਆਦਾ ਵਿਦਿਆਰਥੀ ਵੀਜ਼ੇ ਤੇ ਭਾਰਤੀ ਜੋ ਨੇ ਅਮਰੀਕਾ ਪਹੁੰਚੇ, ਉੱਥੇ ਸਟੱਡੀ ਹਾਸਲ ਕਰ ਰਹੇ ਹਨ। ਪਰ ਹੁਣ ਟਰੰਪ ਦੇ ਸੱਤਾ 'ਚ ਆਉਣ ਤੋਂ ਬਾਅਦ ਇਹਨਾਂ ਵੀਜ਼ਿਆਂ ਦੇ ਵਿੱਚ ਕਾਫੀ ਜ਼ਿਆਦਾ ਬਦਲਾਵ ਨਜ਼ਰ ਆ ਰਿਹਾ ਹੈ, ਕਿਉਂਕਿ ਟਰੰਪ ਨੇ ਇਮੀਗ੍ਰੇਸ਼ਨ ਨੀਤੀਆਂ ਨੂੰ ਸਖਤ ਕਰ ਦਿੱਤਾ ਹੈ। ਇਸ ਇਮੀਗ੍ਰੇਸ਼ਨ ਨੀਤੀਆਂ ਵਿੱਚ ਹਰ ਇੱਕ ਵੀਜ਼ਾ ਸ਼ਾਮਲ ਹੁੰਦਾ ਹੈ। ਇਹ ਅਸੀਂ ਨਹੀਂ ਕਹਿ ਸਕਦੇ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਕੀ ਬਦਲਾਅ ਹੋ ਸਕਦੇ ਨੇ। ਫਿਲਹਾਲ ਟਰੰਪ ਜਿਹੜੇ ਨੇ ਲਗਾਤਾਰ ਆਪਣੇ ਆਦੇਸ਼ ਜਾਰੀ ਕਰ ਰਹੇ ਨੇ, ਜਿਸ ਵਿੱਚ ਖਾਸ ਤੌਰ ਤੇ ਵੀਜ਼ੇ ਜਾਂ ਇਮੀਗ੍ਰੇਸ਼ਨ ਸਿਸਟਮ ਨੂੰ ਸਖਤ ਕੀਤਾ ਜਾ ਰਿਹਾ ਬਹੁਤ ਜ਼ਿਆਦਾ। ਔਰ H1B ਵੀਜ਼ਾ ਦੇ ਵਿੱਚ ਇੰਨੀ ਵੱਡੀ ਕਟੌਤੀ ਦਾ ਮਤਲਬ ਇਹ ਹੈ ਕਿ ਇਹ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਮਰੀਕਾ ਦੇ ਵਿੱਚ
ਕੋਈ ਵੀ ਹੁਨਰਮੰਦ ਕਾਮੇ ਨਾ ਰਹਿਣ ਤੇ ਇਸ ਦਾ ਨੁਕਸਾਨ ਅਮਰੀਕਾ ਨੂੰ ਵੀ ਹੋ ਸਕਦਾ ਹੈ। ਸੋ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਵਿਦਿਆਰਥੀ ਸਟੱਡੀ ਵੀਜ਼ੇ ਤੋਂ ਬਾਅਦ H1B ਵੀਜ਼ਾ ਹਾਸਲ ਕਰਦੇ ਨੇ ਤੇ ਅਮਰੀਕਾ ਵਿੱਚ ਨੌਕਰੀ ਪ੍ਰਾਪਤ ਕਰਦੇ ਨੇ, ਆਪਣੇ ਸੁਨਹਿਰੀ ਭਵਿੱਖ ਨੂੰ ਦੇਖਦੇ ਨੇ, ਇਸ ਦੀ ਕਲਪਨਾ ਕਰਦੇ ਨੇ। ਪਰ ਡੋਨਾਲਡ ਟਰੰਪ ਨੇ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਵਿੱਚ ਚਿੰਤਾ ਪੈਦਾ ਕਰਕੇ ਉਹਨਾਂ ਦੇ ਸੁਪਨਿਆਂ ਨੂੰ ਹਨੇਰੇ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ ਹੈ। ਸੋ ਵਿਦਿਆਰਥੀਆਂ ਦੀ ਗਿਣਤੀ ਵਿੱਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਇੱਥੇ ਜਤਾਈ ਜਾ ਰਹੀ ਹੈ, ਕਿਉਂਕਿ ਅਗਰ ਲੱਖ ਤੋਂ ਉੱਪਰ ਬਲਕਿ ਲੱਖਾਂ ਤੱਕ ਵਿਦਿਆਰਥੀ ਇੱਕ ਸਾਲ ਵਿੱਚ ਉੱਥੇ ਪਹੁੰਚੇ ਸੀ ਤੇ ਆਉਣ ਵਾਲੇ ਸਾਲ ਵਿੱਚ ਇਹ ਗਿਣਤੀ ਹਜ਼ਾਰਾਂ ਤੱਕ ਵੀ ਪਹੁੰਚ ਸਕਦੀ ਹੈ। ਉਧਰ ਹੀ ਕੋਲੰਬੀਆ ਯੂਨੀਵਰਸਿਟੀ ਦੇ ਇੱਕ ਕਾਉਂਸਲਰ ਨੇ ਕਿਹਾ ਕਿ ਕੈਂਪਸ ਨਸਲਵਾਦ ਅਤੇ ਸੋਸ਼ਲ ਮੀਡੀਆ ਤੇ ਹਮਲਿਆਂ ਤੋਂ ਲੈ ਕੇ ਕਾਲਜ ਤੋਂ ਬਾਅਦ ਨੌਕਰੀ ਦੇ ਮੌਕਿਆਂ ਤੱਕ ਭਾਰਤੀ ਵਿਦਿਆਰਥੀਆਂ ਦੀਆਂ ਬਹੁਤ ਸਾਰੀਆਂ ਚਿੰਤਾਵਾਂ ਹਨ। ਟੈਕਸਾਸ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੇ ਕਿਹਾ ਕਿ ਇੱਕ ਚੰਗੀ ਡਿਗਰੀ ਲਈ ਕਈ ਨੌਕਰੀਆਂ ਦੀਆਂ ਪੇਸ਼ਕਸ਼ਾਂ ਅਤੇ ਇੱਕ ਸ਼ਾਨਦਾਰ ਜੀਵਨ ਮਿਲਦਾ ਹੈ, ਯਾਨੀ ਕਿ ਇੱਕ ਚੰਗੀ ਡਿਗਰੀ ਤੁਹਾਨੂੰ ਕਈ ਨੌਕਰੀਆਂ ਦਿੰਦੀ ਹੈ, ਪੇਸ਼ਕਸ਼ਾਂ ਦਿੰਦੀ ਹੈ ਅਤੇ ਇਸ ਤੋਂ ਬਾਅਦ ਇੱਕ ਸ਼ਾਨਦਾਰ ਜੀਵਨ ਮਿਲਦਾ ਹੈ, ਜੋ ਬਹੁਤ ਸਾਰੇ ਭਾਰਤੀਆਂ ਦਾ F1 ਸਟੱਡੀ ਵੀਜ਼ਾ ਤੇ ਅਮਰੀਕਾ ਆਉਣ ਦਾ ਸੁਪਨਾ ਹੁੰਦਾ ਹੈ। ਸੋ F1 ਸਟੱਡੀ ਵੀਜ਼ਾ ਤੇ ਅਮਰੀਕਾ ਆਉਂਦੇ ਨੇ ਅਤੇ ਆਪਣੇ ਸੁਨਹਿਰੀ ਭਵਿੱਖ ਨੂੰ ਵੇਖਦੇ ਨੇ। ਭਾਵੇਂ ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲਾ ਦੇਣ ਦਾ ਕੋਈ ਖਤਰਾ ਨਹੀਂ ਹੈ, ਪਰ ਫਿਰ ਵੀ ਕਈ ਕਾਰਨਾਂ ਕਰਕੇ ਉਹਨਾਂ ਦੇ ਮਨਾਂ ਵਿੱਚ ਡਰ ਬਣਿਆ ਹੋਇਆ ਹੈ, ਕਿਤੇ ਕੋਈ ਐਸੀ ਕਾਰਵਾਈ ਨਾ ਹੋ ਜਾਏ ਜਿਸ ਕਾਰਨ ਉਹਨਾਂ ਨੂੰ ਦੇਸ਼ ਨਿਕਾਲਾ ਮਿਲ ਜਾਏ, ਕਿਉਂਕਿ ਦੇਸ਼ ਨਿਕਾਲੇ ਦੀ ਜਿਹੜੀ ਮੁਹਿੰਮ ਹੈ ਉਹ ਸ਼ੁਰੂ ਹੋ ਚੁੱਕੀ ਹੈ। ਇਸ ਲਈ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਕਿਸੇ ਵੀ ਸਮੇਂ ਕਿਸੇ ਕੋਲ ਵੀ ਪੁੱਛ ਪੜਤਾਲ ਕੀਤੀ ਜਾ ਸਕਦੀ ਹੈ ਉਸ ਤੇ ਸ਼ੱਕ ਹੋਣ ਤੇ। ਇਸੇ ਕਰਕੇ ਵਿਦਿਆਰਥੀਆਂ ਦੇ ਮਨਾਂ ਵਿੱਚ ਕਿਤੇ ਨਾ ਕਿਤੇ ਡਰ ਹੈ ਅਤੇ ਈਵਨ ਕਿ ਉਹਨਾਂ ਨੇ ਅਮਰੀਕਾ ਵਿੱਚ ਆਪਣੇ ਪਾਰਟ ਟਾਈਮ ਨੌਕਰੀਆਂ ਵੀ ਛੱਡ ਦਿੱਤੀਆਂ ਸੀ। ਅਮਰੀਕਾ ਵਿੱਚ 2023 ਵਿੱਚ F1 ਅਰਜ਼ੀਆਂ 2,34,777 ਸਨ, ਜੋ 2024 ਦੇ ਵਿੱਚ ਘਟ ਕੇ 2,04,058 ਰਹਿ ਗਈਆਂ ਨੇ। ਇਸ ਵਿੱਚ ਬਹੁਤ ਵੱਡੀ ਗਿਰਾਵਟ ਨਜ਼ਰ ਆ ਰਹੀ ਹੈ, ਭਾਵ ਕਿ 13% ਦੀ ਕਮੀ ਆਈ ਹੈ। ਸਖਤੀ ਕਾਰਨ ਵੱਡੀ ਗਿਣਤੀ ਵਿੱਚ ਭਾਰਤੀ ਤਕਨੀਕੀ ਕਾਮੇ ਜੋ ਨੇ ਕੈਨੇਡਾ ਚਲੇ ਗਏ ਹਨ। ਜੀ ਹਾਂ, ਕਿਉਂਕਿ ਹੁਣ ਕਿਤੇ ਨਾ ਕਿਤੇ ਭਾਰਤੀਆਂ ਦਾ ਮੋਹ ਭੰਗ ਹੋਣਾ ਸ਼ੁਰੂ ਹੋ ਚੁੱਕਿਆ ਹੈ ਅਤੇ ਦੂਸਰੇ ਮੁਲਕਾਂ ਵੱਲ ਉਹਨਾਂ ਨੇ ਜਾਣਾ ਸ਼ੁਰੂ ਕਰ ਦਿੱਤਾ ਹੈ। ਗੁਆਂਢੀ ਦੇਸ਼ ਕੈਨੇਡਾ ਨੂੰ ਉਹਨਾਂ ਨੇ ਚੁਣ ਲਿਆ ਹੈ ਅਤੇ ਵਿਕਲਪ ਦੇ ਵਜੋਂ ਕੈਨੇਡਾ ਦੇ ਵਿੱਚ ਵੀ ਕਾਫੀ ਜ਼ਿਆਦਾ ਨੌਕਰੀਆਂ ਹਨ। ਇਸ ਕਰਕੇ ਉੱਥੇ ਦੇ ਕਾਮੇ ਯਾਨੀ ਅਮਰੀਕਾ ਵਿੱਚ ਕੰਮ ਕਰਨ ਵਾਲੇ ਹੁਨਰਮੰਦ ਕਾਮੇ, ਖਾਸ ਤੌਰ ਤੇ ਤਕਨੀਕੀ ਕਾਮੇ ਔਰ ਉਹ ਲੋਕ ਜੋ H1B ਵੀਜ਼ਾ ਦੇ ਵਿੱਚ ਇਨਵੋਲਵ ਹੁੰਦੇ ਨੇ, ਜਿਵੇਂ ਕਿ ਟੈਕਨੋਲੋਜੀ ਇੰਜੀਨੀਅਰਸ ਹੋ ਗਏ ਅਤੇ ਹੋਰ ਵੀ ਬਹੁਤ ਸਾਰੇ IT ਵਿਭਾਗ ਦੇ ਲੋਕ ਹੁਣ ਦੂਸਰੇ ਦੇਸ਼ਾਂ ਦਾ ਰੁਖ ਕਰਨਾ ਸ਼ੁਰੂ ਕਰ ਰਹੇ ਨੇ ਅਤੇ ਬਹੁਤ ਸਾਰਿਆਂ ਨੇ ਕੈਨੇਡਾ ਦਾ ਰੁਖ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਉਹ ਕੈਨੇਡਾ ਚਲੇ ਵੀ ਗਏ ਨੇ ਜਾਂ ਉੱਥੋਂ ਦੀਆਂ ਕੰਪਨੀਆਂ ਵਿੱਚ ਅਪਲਾਈ ਵੀ ਕਰ ਰਹੇ ਹਨ। ਸੋ ਟਰੰਪ ਤੋਂ ਬਾਅਦ ਹੁਣ ਤੱਕ 10,000 ਤੋਂ ਜ਼ਿਆਦਾ ਭਾਰਤੀ ਟੈਕਨੀਸ਼ੀਅਨਸ ਜੋ ਨੇ ਕੈਨੇਡਾ ਚਲੇ ਗਏ ਹਨ। 2023 ਦੀ ਜੇ ਮੈਂ ਗੱਲ ਕਰਾਂ ਤੇ 2023 ਵਿੱਚ ਭਾਰਤੀਆਂ ਨੇ 3.86 ਲੱਖ H1B ਵੀਜ਼ਿਆਂ ਵਿੱਚੋਂ 72% ਪ੍ਰਾਪਤ ਕੀਤੇ, यानी कि ਜਿਹੜੇ ਵੀਜ਼ੇ ਜਾਰੀ ਕੀਤੇ ਗਏ ਸੀ 3,86,000, ਇਸ ਵਿੱਚੋਂ 72% ਗਿਣਤੀ ਭਾਰਤੀਆਂ ਦੀ ਸੀ। 2022 ਦੀ ਜੇ ਗੱਲ ਕੀਤੀ ਜਾਏ ਤਾਂ 2022 ਵਿੱਚ ਵੀ ਇਹ ਸੰਖਿਆ ਜਿਹੜੀ ਸੀ 77% ਸੀ, ਯਾਨੀ 77% ਸੀ। ਵੱਡੀ ਗਿਣਤੀ 'ਚ H1B ਵੀਜ਼ਾ ਧਾਰਕ ਭਾਰਤ ਤੋਂ ਹਨ, ਪਰ ਹੁਣ ਇਸ 'ਚ ਕਮੀ ਆਉਣ ਦੀ ਸੰਭਾਵਨਾ ਹੈ। ਜ਼ਿਆਦਾਤਰ ਇਮੀਗ੍ਰੇਸ਼ਨ ਅਟਾਰਨੀ H1B F1 ਵੀਜ਼ਾ ਧਾਰਕਾਂ ਅਤੇ ਗ੍ਰੀਨ ਕਾਰਡ ਧਾਰਕਾਂ ਨੂੰ ਕਹਿ ਰਹੇ ਹਨ ਕਿ ਭਾਰਤੀ ਯਾਤਰੀਆਂ ਨੂੰ ਵੀਜ਼ਾ ਸਟੈਂਪਿੰਗ, ਹਵਾਈ ਅੱਡਿਆਂ ਤੇ ਸਖਤ ਜਾਂਚ ਅਤੇ ਅਨਿਯਮਿਤ ਹਿਰਾਸਤ ਵਿੱਚ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਉਹ ਸਾਲਾਂ ਤੋਂ ਅਮਰੀਕਾ ਵਿੱਚ ਕਾਨੂੰਨੀ ਤੌਰ ਤੇ ਰਹਿ ਰਹੇ ਹਨ ਅਤੇ ਇਸ ਗੱਲ ਤੋਂ ਆਪਾਂ ਚੰਗੇ ਤਰੀਕੇ ਨਾਲ ਵਾਕਿਫ ਹਾਂ, ਕਿਉਂਕਿ ਕਾਫੀ ਲੰਬੇ ਸਮੇਂ ਤੋਂ ਯਾਨੀ ਕਾਫੀ ਦਿਨਾਂ ਤੋਂ ਇੱਕ ਖਬਰ ਸਾਹਮਣੇ ਵੀ ਆ ਰਹੀ ਸੀ ਕਿ ਬਹੁਤ ਸਾਰੇ ਲੋਕਾਂ ਨੂੰ ਹਵਾਈ ਅੱਡਿਆਂ ਤੇ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਹੈ, ਈਵਨ ਕਿ ਉਹਨਾਂ ਦੀ ਹਿਰਾਸਤ ਵਿੱਚ ਲਿਆ ਜਾ ਰਿਹਾ ਅਤੇ ਉਹਨਾਂ ਤੇ ਗ੍ਰੀਨ ਕਾਰਡ ਛੱਡਣ ਦਾ ਦਬਾਅ ਵੀ ਪਾਇਆ ਜਾ ਰਿਹਾ ਹੈ ਅਤੇ ਇਸ ਵਿੱਚ ਵੀ ਬਹੁਤ ਸਾਰੇ ਭਾਰਤੀ ਸ਼ਾਮਲ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਗ੍ਰੀਨ ਕਾਰਡ ਹੋਲਡਰਸ ਨਾਲ ਦੁਰਵਿਵਹਾਰ ਵੀ ਕੀਤਾ ਗਿਆ ਹੈ। ਸੋ ਇਸ ਕਰਕੇ ਹੀ ਇਹਨਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ। ਖਾਸ ਤੌਰ ਤੇ ਇਹ ਕਿਹਾ ਗਿਆ ਹੈ ਕਿ ਅਮਰੀਕਾ ਤੋਂ ਬਾਹਰ ਨਾ ਜਾਇਆ ਜਾਏ ਜਦੋਂ ਤੱਕ ਬਹੁਤ ਜ਼ਿਆਦਾ ਜ਼ਰੂਰੀ ਕੰਮ ਨਾ ਹੋਵੇ। ਇਸ ਕਰਕੇ ਅਮਰੀਕਾ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ, ਖਾਸ ਤੌਰ ਤੇ ਭਾਰਤੀਆਂ ਨੂੰ, ਕਿਉਂਕਿ ਕਿਸੇ ਵੀ ਵੇਲੇ ਉਹਨਾਂ ਦੇ ਉੱਤੇ ਕਾਰਵਾਈ ਹੋ ਸਕਦੀ ਹੈ, ਜਾਂਚ ਪੜਤਾਲ ਉਹਨਾਂ ਦੇ ਉੱਤੇ ਸ਼ੁਰੂ ਹੋ ਸਕਦੀ ਹੈ। ਇਸ ਲਈ ਉਹਨਾਂ ਨੂੰ ਅਮਰੀਕਾ ਤੋਂ ਬਾਹਰ ਜਾਣ ਤੋਂ ਪਹਿਲਾਂ 2 ਵਾਰ ਸੋਚਣਾ ਚਾਹੀਦਾ ਹੈ ਅਤੇ ਇਸ ਬਾਰੇ ਚੰਗੀ ਤਰੀਕੇ ਨਾਲ ਤਿਆਰ ਰਹਿਣਾ ਚਾਹੀਦਾ ਹੈ ਅਗਰ ਉਹ ਅਮਰੀਕਾ ਤੋਂ ਬਾਹਰ ਜਾ ਰਹੇ ਹਨ। ਸੋ ਹੁਣ ਕੈਨੇਡਾ ਨੇ ਇੱਕ ਨਵਾਂ ਕਦਮ ਚੁੱਕਿਆ ਹੈ, ਜਿੱਥੇ ਅਮਰੀਕਾ, ਚੀਨ ਵਰਗੇ ਦੇਸ਼ ਅਲੱਗ-ਅਲੱਗ ਕਦਮ ਚੁੱਕ ਰਹੇ ਹਨ। ਖਾਸ ਤੌਰ ਤੇ ਅਮਰੀਕਾ
ਉਧਰ ਹੀ ਹੁਣ ਕੈਨੇਡਾ ਨੇ ਵੀ ਨਵਾਂ ਕਦਮ ਚੁੱਕਿਆ ਹੈ, ਕਿਉਂਕਿ ਕੈਨੇਡਾ ਇਸ ਵੇਲੇ ਅਮਰੀਕਾ ਦੇ ਟੈਰਿਫ ਵਾਰ ਦਾ ਸਾਹਮਣਾ ਕਰ ਰਿਹਾ ਹੈ ਅਤੇ ਕੈਨੇਡਾ ਦੇ ਵਿੱਚ ਇੱਕ ਹਲਚਲ ਮਚੀ ਹੋਈ ਹੈ। ਅਮਰੀਕਾ ਤੇ ਕੈਨੇਡਾ ਦੇ ਵਿੱਚ ਇਸ ਸਮੇਂ ਤਣਾਅ ਹੈ ਅਤੇ ਇਹਨਾਂ ਦੋਨਾਂ ਦੇ ਵਿੱਚ ਵਪਾਰ ਯੁੱਧ ਸ਼ੁਰੂ ਹੋਇਆ ਪਿਆ ਹੈ। ਇਸੇ ਵਪਾਰ ਯੁੱਧ ਨੂੰ ਖਤਮ ਕਰਨਾ ਚਾਹੁੰਦੇ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ, ਪਰ ਐਸੀ ਕੋਈ ਵੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ। ਕੈਨੇਡਾ ਦੇ ਵਿੱਚ ਹੁਣ ਕੈਨੇਡਾ ਨੇ ਨਵਾਂ ਐਲਾਨ ਕਰ ਦਿੱਤਾ ਹੈ ਅਮਰੀਕਾ ਤੇ ਚੀਨ ਨੂੰ ਲੈ ਕੇ। ਕੈਨੇਡਾ ਨੇ ਅਮਰੀਕਾ ਨਾਲ ਚੱਲ ਰਹੀ ਟੈਰਿਫ ਜੰਗ ਅਤੇ ਹਾਲ ਹੀ ਦੇ ਹਫ਼ਤਿਆਂ ਵਿੱਚ ਚੀਨ ਵੱਲੋਂ 4 ਕੈਨੇਡੀਅਨਸ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਮੱਦੇਨਜ਼ਰ ਹੁਣ ਅਮਰੀਕਾ ਤੇ ਚੀਨ ਲਈ ਆਪਣੀਆਂ ਯਾਤਰਾ ਸਲਾਹਾਂ ਨੂੰ ਅਪਡੇਟ ਕੀਤਾ ਹੈ। ਜੀ ਹਾਂ, ਅਪਡੇਟ ਇਨ ਦਾ ਸੈਂਸ ਕਿ ਉਹਨਾਂ ਨੇ ਆਪਣੇ ਕੈਨੇਡੀਅਨਸ ਨੂੰ ਲੋਕਾਂ ਨੂੰ ਸਲਾਹ ਦਿੱਤੀ ਹੈ, ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਅਗਰ ਚੀਨ ਵਿੱਚ ਹਨ ਤੇ ਕੈਨੇਡਾ ਦੇ ਵਿੱਚ ਯਾਨੀ ਕਿ ਅਮਰੀਕਾ ਵਿੱਚ ਹਨ ਤੇ ਉੱਥੋਂ ਦੀ ਤੁਰੰਤ ਵਾਪਸ ਆ ਜਾਣ, ਜਾਂ ਫਿਰ ਉੱਥੇ ਦੇ ਜੋ ਨਿਯਮ ਹੈ ਉਹਨਾਂ ਦੇ ਅਕੋਰਡਿੰਗ ਆਪਣੇ ਆਪ ਨੂੰ ਢਾਲ ਲੈਣ। ਜਿਵੇਂ ਕਿ ਅਮਰੀਕਾ ਦੇ ਵਿੱਚ ਇਸ ਵੇਲੇ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ। ਇਹ ਉਹ ਰਜਿਸਟ੍ਰੇਸ਼ਨ ਪ੍ਰਕਿਰਿਆ ਹੈ ਜਿਸ ਵਿੱਚ ਅਮਰੀਕਾ ਵਿੱਚ 30 ਦਿਨ ਤੋਂ ਜ਼ਿਆਦਾ ਰਹਿਣ ਤੇ ਤੁਹਾਨੂੰ ਖੁਦ ਨੂੰ ਰਜਿਸਟਰ ਕਰਨਾ ਪਏਗਾ ਅਤੇ ਐਸਾ ਨਾ ਕਰਨ ਤੇ ਤੁਹਾਨੂੰ ਸਜ਼ਾ ਹੋ ਸਕਦੀ ਹੈ, ਦੇਸ਼ ਨਿਕਾਲਾ ਮਿਲ ਸਕਦਾ, ਹੋਰ ਵੀ ਬਹੁਤ ਸਾਰੀ ਕਾਰਵਾਈਆਂ ਹੋ ਸਕਦੀਆਂ ਨੇ। ਇਸ ਕਰਕੇ ਕੈਨੇਡਾ ਨੇ ਹੁਣ ਇੱਕ ਨਵੀਂ ਯਾਤਰਾ ਅਪਡੇਟ ਜਾਰੀ ਕੀਤੀ ਹੈ ਜੋ ਅਮਰੀਕਾ ਤੇ ਚੀਨ ਨੂੰ ਲੈ ਕੇ ਹੈ। ਅਪਡੇਟ ਵਿੱਚ ਕਿਹਾ ਗਿਆ ਹੈ ਕਿ 30 ਦਿਨਾਂ ਤੋਂ ਵੱਧ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੇ ਕੈਨੇਡੀਅਨਸ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਰਜਿਸਟਰ ਹਨ। ਇਹ ਅਪਡੇਟ ਉਦੋਂ ਆਇਆ ਜਦੋਂ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਰਜਿਸਟ੍ਰੇਸ਼ਨ ਨੂੰ ਲਾਜ਼ਮੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕੈਨੇਡੀਅਨਸ ਨੂੰ ਅਮਰੀਕਾ ਦੀ ਯਾਤਰਾ ਲਈ ਕਿਸੇ ਵੀ ਵੀਜ਼ਾ ਜਾਂ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਸੀ, ਪਰ ਹੁਣ ਐਸਾ ਨਹੀਂ ਹੈ ਕਿਉਂਕਿ ਡੋਨਾਲਡ ਟਰੰਪ ਨੇ ਆਪਣੇ ਨਿਯਮ ਸਖਤ ਕਰ ਦਿੱਤੇ ਨੇ ਜਿਸ ਵਿੱਚ ਹਰ ਇੱਕ ਦੇਸ਼ ਸ਼ਾਮਲ ਹੈ, ਚਾਹੇ ਉਹ ਕੈਨੇਡਾ ਹੋਵੇ, ਮੈਕਸੀਕੋ ਹੋਵੇ, ਚੀਨ ਹੋਵੇ ਜਾਂ ਭਾਰਤ ਹੋਵੇ। ਹਰ ਕਿਸੇ ਨੂੰ ਆਪਣੇ ਆਪ ਨੂੰ ਰਜਿਸਟਰ ਕਰਾਉਣਾ ਪਏਗਾ। ਪਹਿਲਾ ਸਮਾਂ ਅਲੱਗ ਸੀ ਜਦੋਂ ਐਸਾ ਨਹੀਂ ਸੀ ਹੁੰਦਾ, ਪਰ ਹੁਣ ਡੋਨਾਲਡ ਟਰੰਪ ਦੀਆਂ ਸਖਤ ਨੀਤੀਆਂ ਵਿੱਚ ਇਹ ਸਭ ਕੁਝ ਹੋ ਰਿਹਾ ਹੈ। ਸੰਯੁਕਤ ਰਾਜ ਅਮਰੀਕਾ ਲਈ ਨਵੀਨਤਮ ਯਾਤਰਾ ਸਲਾਹ ਵਿੱਚ ਕਿਹਾ ਗਿਆ 30 ਦਿਨਾਂ ਤੋਂ ਵੱਧ ਸਮੇਂ ਲਈ ਅਮਰੀਕਾ ਆਉਣ ਵਾਲੇ ਕੈਨੇਡੀਅਨਸ ਅਤੇ ਹੋਰ ਵਿਦੇਸ਼ੀ ਨਾਗਰਿਕਾਂ ਨੂੰ ਸੰਯੁਕਤ ਰਾਜ ਸਰਕਾਰ ਕੋਲ ਰਜਿਸਟਰ ਹੋਣਾ ਲਾਜ਼ਮੀ ਹੈ। ਰਜਿਸਟ੍ਰੇਸ਼ਨ ਲੋੜ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਦੇ ਨਤੀਜੇ ਵਜੋਂ ਜੁਰਮਾਨੇ, ਸਜ਼ਾ ਅਤੇ ਦੁਰਵਿਵਹਾਰ ਦਾ ਮੁਕੱਦਮਾ ਵੀ ਚਲਾਇਆ ਜਾ ਸਕਦਾ ਹੈ। ਸਲਾਹਕਾਰ ਨੇ ਕਿਹਾ ਹੈ ਕਿ ਸੈਲਾਨੀ US ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਦੀ ਵੈਬਸਾਈਟ ਤੋਂ ਸਲਾਹ ਲੈ ਸਕਦੇ ਹਨ ਕਿ ਕੀ ਉਹਨਾਂ ਨੂੰ ਰਜਿਸਟਰ ਕਰਨ ਦੀ ਜ਼ਰੂਰਤ ਹੈ ਅਤੇ ਅਜਿਹਾ ਕਿਵੇਂ ਕਰਨਾ ਹੈ। ਸਲਾਹਕਾਰ ਨੇ ਕਿਹਾ ਕਿ ਯਾਤਰੀ USCBP ਵੈਬਸਾਈਟ ਤੇ ਆਪਣੇ I-94 ਦਾਖਲਾ ਫਾਰਮ ਨੂੰ ਦੇਖ ਸਕਦੇ ਹਨ ਕਿ ਕੀ ਉਹ ਅਮਰੀਕਾ ਵਿੱਚ ਦਾਖਲ ਹੋਣ ਤੋਂ ਆਪਣੇ ਆਪ ਰਜਿਸਟਰ ਹੋ ਗਏ ਹਨ ਕਿ ਨਹੀਂ। ਅਮਰੀਕਾ ਤੋਂ ਇਲਾਵਾ ਕੈਨੇਡਾ ਨੇ ਚੀਨ ਲਈ ਆਪਣੀ ਯਾਤਰਾ ਸਲਾਹ ਨੂੰ ਵੀ ਅਪਡੇਟ ਕੀਤਾ ਹੈ, ਕਿਉਂਕਿ ਵਿਦੇਸ਼ ਮੰਤਰੀ ਮੇਲਾਨੀ ਜੋਏ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਚੀਨ ਨੇ ਹਾਲ ਹੀ ਦੇ ਮਹੀਨਿਆਂ ਵਿੱਚ 4 ਕੈਨੇਡੀਅਨਸ ਨੂੰ ਮੌਤ ਦੀ ਸਜ਼ਾ ਦਿੱਤੀ ਸੀ। ਇਸ ਮੌਤ ਦੀ ਸਜ਼ਾ ਤੋਂ ਬਾਅਦ ਹੀ ਕੈਨੇਡਾ ਨੇ ਇਹ ਐਲਾਨ ਕੀਤਾ ਹੈ। ਚੀਨ ਦੇ ਵਿੱਚ 4 ਕੈਨੇਡੀਅਨਸ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਗਈ ਸੀਗੀ, ਜਦਕਿ ਕੈਨੇਡਾ ਨੇ ਚੀਨ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਚੀਨ ਨੇ ਕੈਨੇਡਾ ਦੀ ਗੱਲ ਨਹੀਂ ਸੁਣੀ। ਅਪਡੇਟ ਕੀਤੀ ਸਲਾਹ ਵਿੱਚ ਕੈਨੇਡੀਅਨਸ ਨੂੰ ਚੀਨ ਵਿੱਚ ਉੱਚ ਪੱਧਰੀ ਸਾਵਧਾਨੀ ਵਰਤਣ ਦੀ ਚੇਤਾਵਨੀ ਦਿੱਤੀ ਗਈ ਹੈ, ਖਾਸ ਕਰਕੇ ਉਹਨਾਂ ਨੂੰ ਜਿਨ੍ਹਾਂ ਦੇ ਕੋਲ ਦੋਹਰੀ ਨਾਗਰਿਕਤਾ ਹੈ। ਸੋ ਦੋਹਰੀ ਨਾਗਰਿਕਤਾ ਵਾਲੇ ਜਿਨ੍ਹਾਂ ਨੂੰ ਚੀਨੀ ਪਾਸਪੋਰਟ ਤੇ ਦੇਸ਼ ਵਿੱਚ ਦਾਖਲ ਹੋਣ ਤੇ ਕੈਨੇਡੀਅਨ ਕੌਂਸਲਰ ਸੇਵਾਵਾਂ ਤੱਕ ਪਹੁੰਚ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਚੀਨ ਲਈ ਕੈਨੇਡੀਅਨ ਯਾਤਰਾ ਸਲਾਹਕਾਰ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਵਿੱਤੀ ਅਪਰਾਧਾਂ ਵਰਗੇ ਗੈਰ ਹਿੰਸਕ ਕੰਮਾਂ ਲਈ देश ਵਿੱਚ ਸਖਤ ਸਜ਼ਾ ਹੋ ਸਕਦੀ ਹੈ। ਅਗਰ ਕੋਈ ਵੀ ਨਾਗਰਿਕ, ਵਿਦੇਸ਼ੀ ਨਾਗਰਿਕ ਐਸਾ ਕਰਦਾ ਹੋਇਆ ਚੀਨ ਵਿੱਚ ਪਾਇਆ ਗਿਆ ਤੇ ਉਸ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ। ਇਸ ਲਈ ਯਾਤਰੀਆਂ ਨੂੰ ਕਿਸੇ ਵੀ ਖੁੱਲੀ ਸਿਵਲ ਜਾਂ ਅਪਰਾਧਿਕ ਜਾਂਚ ਵਿੱਚ ਜਿਸ ਵਿੱਚ ਵਪਾਰਕ ਵਿਵਾਦ ਸ਼ਾਮਲ ਹਨ ਉਹਨਾਂ ਲੋਕਾਂ ਨਾਲ ਜੁੜੇ ਹੋਣ ਤੇ ਉਹਨਾਂ ਨੂੰ ਐਗਜ਼ਿਟ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਰਕੇ ਕੈਨੇਡੀਅਨਸ ਨੂੰ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਅਤੇ ਸਾਵਧਾਨ ਰਹਿਣ ਦੀ ਜ਼ਰੂਰਤ ਹੈ, ਅਗਰ ਉਹ ਅਮਰੀਕਾ ਵਿੱਚ ਵੀ ਨੇ ਤੇ ਚੀਨ ਵਿੱਚ ਵੀ ਨੇ। ਸੋ ਇਸ ਲਈ ਲੈ ਕੇ ਇੱਕ ਯਾਤਰੀ ਸਲਾਹ ਜਿਹੜੀ ਹੈ ਦਿੱਤੀ ਗਈ ਹੈ, ਅਪਡੇਟ ਜਿਹੜੀ ਹੈ ਇਹਨਾਂ ਕੈਨੇਡੀਅਨਸ ਲਈ ਜਾਰੀ ਕਰ ਦਿੱਤੀ ਗਈ ਹੈ। ਕੈਨੇਡਾ ਦੇ ਵਿੱਚ ਹੁਣ ਚੋਣਾਂ ਹੋਣ ਵਾਲੀਆਂ ਨੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਸੀ ਹਲਚਲ ਮਚੀ ਹੋਈ ਸੀ, ਕਿਉਂਕਿ ਜਨਵਰੀ ਦੇ ਵਿੱਚ ਜਸਟਿਨ ਟਰੂਡੋ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਸ ਤੋਂ ਬਾਅਦ ਉਡੀਕ ਸੀਗੀ ਕਿ ਅਗਲਾ ਪ੍ਰਧਾਨ ਮੰਤਰੀ ਕੈਨੇਡਾ ਦਾ ਕੌਣ ਹੋਏਗਾ ਅਤੇ ਇਸ ਨਵੇਂ ਪ੍ਰਧਾਨ ਮੰਤਰੀ ਤੋਂ ਕੈਨੇਡੀਅਨਸ ਨੂੰ ਬਹੁਤ ਸਾਰੀ ਉਮੀਦਾਂ ਵੀ ਨੇ। ਸਿਰਫ ਕੈਨੇਡੀਅਨਸ ਹੀ ਨਹੀਂ, ਬਹੁਤ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ ਵੀ ਨਵੇਂ ਪ੍ਰਧਾਨ ਮੰਤਰੀ ਤੋਂ ਉਮੀਦਾਂ ਹਨ। ਉਹ ਇਹ ਉਮੀਦਾਂ ਹਨ ਕਿ ਉਹਨਾਂ ਦੇ ਆਉਣ ਦੇ ਨਾਲ ਬਹੁਤ ਕੁਝ ਬਦਲਾਅ ਹੋ ਸਕਦੇ ਨੇ।
ਭਾਰਤ ਤੇ ਕੈਨੇਡਾ ਦਾ ਸਬੰਧ ਅਸੀਂ ਸਭ ਜਾਣਦੇ ਹਾਂ ਕਿ ਕਿਹੋ ਜਿਹਾ ਹੈ। ਜਸਟਿਨ ਟਰੂਡੋ ਵੇਲੇ ਇਸ ਸਬੰਧ ਵਿੱਚ ਬਹੁਤ ਜ਼ਿਆਦਾ ਤਣਾਅ ਆ ਗਿਆ ਸੀ। ਇਸ ਖਟਾਸ ਨੂੰ ਖਤਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਕੈਨੇਡਾ ਦੇ ਵਿੱਚ ਇਸ ਵੇਲੇ ਬਹੁਤ ਸਾਰੇ ਭਾਰਤੀ ਰਹਿੰਦੇ ਹਨ ਅਤੇ ਇਹਨਾਂ ਦੇ ਭਾਰਤੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਅਮਰੀਕਾ ਨਾਲੋਂ ਜ਼ਿਆਦਾ ਗਿਣਤੀ ਕੈਨੇਡਾ ਦੇ ਵਿੱਚ ਮੌਜੂਦ ਹੈ ਅਤੇ ਇਸ ਵੇਲੇ ਇਹਨਾਂ ਦੇ ਸਬੰਧ ਜੋ ਖਰਾਬ ਹੋ ਚੁੱਕੇ ਨੇ, ਇਸ ਦਾ ਅਸਰ ਬਹੁਤ ਸਾਰੇ ਭਾਰਤੀ ਕੈਨੇਡੀਅਨਸ ਤੇ ਪਏਗਾ ਜੋ ਇਸ ਸਮੇਂ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਅਤੇ ਉਹਨਾਂ ਤੇ ਵੀ ਬਹੁਤ ਵੱਡਾ ਅਸਰ ਇਸ ਦਾ ਪਿਆ ਹੈ ਜੋ ਕੈਨੇਡਾ ਜਾਣਾ ਚਾਹੁੰਦੇ ਸੀਗੇ। ਜਸਟਿਨ ਟਰੂਡੋ ਦੀਆਂ ਨੀਤੀਆਂ ਕਰਕੇ ਕੈਨੇਡਾ ਦੇ ਵੱਲ ਵੀ ਮੋਹ ਜਿਹੜਾ ਭੰਗ ਹੋਣਾ ਸ਼ੁਰੂ ਹੋ ਚੁੱਕਿਆ ਹੈ। ਬਹੁਤ ਸਾਰੇ ਲੋਕਾਂ ਨੇ, ਵਿਦਿਆਰਥੀਆਂ ਨੇ, ਬੱਚਿਆਂ ਨੇ, ਹਰ ਕਿਸੇ ਨੇ ਜੋ ਕੈਨੇਡਾ ਜਾਣਾ ਚਾਹੁੰਦੇ ਸੀ ਆਪਣੇ ਪਲਾਨ ਨੂੰ ਬਦਲ ਦਿੱਤਾ ਹੈ ਅਤੇ ਆਪਣੇ ਪਲਾਨ ਨੂੰ ਬਦਲਦੇ ਹੋਏ ਉਹਨਾਂ ਨੇ ਦੂਸਰੇ ਦੇਸ਼ਾਂ ਦਾ ਰੁਖ ਕਰਨਾ ਸ਼ੁਰੂ ਕਰ ਦਿੱਤਾ ਹੈ। ਇਮੀਗ੍ਰੇਸ਼ਨ ਨਿਯਮਾਂ ਦੀ ਜੇ ਮੈਂ ਗੱਲ ਕਰਾਂ, ਉਹ ਅਮਰੀਕਾ, ਕੈਨੇਡਾ ਤੇ UK, ਆਸਟ੍ਰੇਲੀਆ, ਇਹਨਾਂ ਸਭ ਵਿੱਚ ਬਹੁਤ ਸਖਤ ਕੀਤੇ ਜਾ ਰਹੇ ਨੇ, ਜਿਸ ਕਰਕੇ ਹੁਣ ਵਿਦਿਆਰਥੀਆਂ ਦਾ ਜਿਹੜਾ ਧਿਆਨ ਹੈ ਉਹ ਦੂਸਰੇ ਦੇਸ਼ਾਂ ਵੱਲ ਜਾ ਰਿਹਾ ਜਿੱਥੇ ਇਮੀਗ੍ਰੇਸ਼ਨ ਨਿਯਮ ਕੁਝ ਢਿੱਲੇ ਹਨ, ਯਾਨੀ ਕਿ ਜਿੱਥੇ ਇਮੀਗ੍ਰੇਸ਼ਨ ਨਿਯਮ ਵਿੱਚ ਸਖਤੀ ਜ਼ਿਆਦਾ ਨਹੀਂ ਹੈ। ਕੈਨੇਡਾ ਦੇ ਵਿੱਚ ਇਸ ਵੇਲੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਮੌਜੂਦ ਹਨ ਜਿਨ੍ਹਾਂ ਨੇ ਜਸਟਿਨ ਟਰੂਡੋ ਦੀ ਥਾਂ ਲਈ ਹੈ ਅਤੇ ਉਹਨਾਂ ਦੀ ਥਾਂ ਲੈਣ ਤੋਂ ਬਾਅਦ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਉਹ ਆਪਣੇ ਸੰਬੰਧ ਜੋ ਨੇ ਭਾਰਤ ਨਾਲ ਸੁਧਾਰਨਗੇ, ਪਰ ਇਸ ਤੋਂ ਪਹਿਲਾਂ ਉਹ ਅਮਰੀਕਾ ਦੇ ਨਾਲ ਜੋ ਟੈਰਿਫ ਵਾਰ ਚੱਲ ਰਹੀ ਹੈ ਉਸ ਨੂੰ ਰੋਕਣਾ ਚਾਹੁੰਦੇ ਨੇ ਅਤੇ ਇਸ ਤੋਂ ਵੀ ਪਹਿਲਾਂ ਉੱਥੇ ਹੁਣ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਗਿਆ। 28 ਅਪ੍ਰੈਲ ਨੂੰ ਸੰਸਦ ਚੋਣਾਂ ਹੋ ਸਕਦੀਆਂ ਨੇ। ਇਸ ਤੋਂ ਪਹਿਲਾਂ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣੇ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਗਵਰਨਰ ਜਨਰਲ ਨੂੰ ਮਿਲ ਕੇ ਫੈਡਰਲ ਚੋਣ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਸੰਸਦ ਨੂੰ ਭੰਗ ਕਰਨ ਲਈ ਕਿਹਾ ਹੈ। ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਚੋਣਾਂ ਦਾ ਦਿਨ 28 ਅਪ੍ਰੈਲ ਨੂੰ ਹੋਵੇਗਾ, ਯਾਨੀ ਕਿ ਫੈਡਰਲ ਪਾਰਟੀਆਂ ਕੈਨੇਡੀਅਨ ਕਾਨੂੰਨ ਤਹਿਤ ਸਭ ਤੋਂ ਘੱਟ ਚੋਣ ਸਮੇਂ ਲਈ ਚੋਣ ਪ੍ਰਚਾਰ ਕਰਨਗੀਆਂ। ਕੈਨੇਡਾ ਦੇ ਚੋਣ ਨਿਯਮਾਂ ਅਨੁਸਾਰ ਫੈਡਰਲ ਮੁਹਿੰਮਾਂ ਦੇ ਲਈ 37 ਅਤੇ 51 ਦਿਨਾਂ ਦੇ ਵਿਚਕਾਰ ਇਹ ਚੋਣਾਂ ਹੁੰਦੀਆਂ ਹਨ ਜਾਂ ਹੋਣੀ ਚਾਹੀਦੀਆਂ ਹਨ ਅਤੇ ਚੋਣਾਂ ਦਾ ਦਿਨ ਸੋਮਵਾਰ ਹੀ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ CBC ਨਿਊਜ਼ ਨੂੰ ਦੱਸਿਆ ਕਿ ਮਾਰਕ ਕਾਰਨੀ ਆਪਣੀ ਸਰਕਾਰ ਨਾਲ ਮੁਲਾਕਾਤ ਕਰਨਗੇ, ਫਿਰ ਗਵਰਨਰ ਜਨਰਲ ਮੈਰੀ ਸਾਈਮਨ ਜਿਹੜੇ ਨੇ ਨਿਊਜ਼ ਕਾਨਫਰੰਸ ਕਰਨਗੇ। ਬਾਅਦ ਵਿੱਚ ਮਾਰਕ ਕਾਰਨੀ ਫਲੋ ਫੈਡਰਲ ਚੋਣ ਮੁਹਿੰਮ ਦੇ ਪਹਿਲੇ ਹਫ਼ਤੇ ਦੌਰਾਨ ਦੇਸ਼ ਭਰ ਦੀ ਯਾਤਰਾ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ। ਕਾਰਨੀ ਜਨਤਕ ਰਾਏ ਪੋਲਾਂ ਦੀ ਲਿਬਰਲ ਦੇ ਵਧੇ ਗ੍ਰਾਫ ਕਰਕੇ ਇਹ ਚੋਣਾਂ ਜਲਦੀ ਕਰਵਾ ਰਹੇ ਹਨ, ਜਿਨ੍ਹਾਂ ਨੇ ਆਉਣ ਵਾਲੇ ਮੁਕਾਬਲੇ ਵਿੱਚ ਲਿਬਰਲ ਪਾਰਟੀ ਨੂੰ ਬਿਲਕੁਲ ਅੱਗੇ ਰੱਖਿਆ ਹੈ। ਪਰ ਹੋਰ ਕੈਨੇਡੀਅਨ ਸਰਵੇਆਂ ਅਨੁਸਾਰ ਕੰਜ਼ਰਵੇਟਿਵ ਤੇ ਲਿਬਰਲ ਪਾਰਟੀ ਦੇ ਵਿਚਕਾਰ ਕਾਂਟੇ ਦੀ ਟੱਕਰ ਚੱਲ ਰਹੀ ਹੈ। ਅਪ੍ਰੈਲ ਨੂੰ ਰਾਤ 10 ਵਜੇ ਤੱਕ ਪਤਾ ਲੱਗ ਜਾਵੇਗਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਫਿਰ ਤੋਂ ਬਣਦੇ ਹਨ ਜਾਂ PC ਪਾਰਟੀ ਦੇ ਪੀਅਰੇ ਪੋਲੀਵਰ ਇਸ ਸਥਾਨ ਨੂੰ ਹਾਸਲ ਕਰਦੇ ਹਨ। ਸੋ ਇਹ ਫੈਸਲਾ ਕੈਨੇਡੀਅਨ ਵੋਟਰਾਂ ਦੇ ਹੱਥ ਵਿੱਚ ਹੈ ਕਿ ਉਹ ਆਖਿਰ ਕਿਸ ਨੂੰ ਜਿੱਤ ਦਿੰਦੇ ਨੇ, ਯਾਨੀ ਕਿ ਕਿਸ ਨੂੰ ਇਸ ਦੀ ਜਗ੍ਹਾ ਦੇਣਗੇ। ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਪਹਿਲੀ ਵਾਰ ਓਟਾਵਾ ਖੇਤਰ ਦੇ ਕਿਸੇ ਜ਼ਿਲ੍ਹੇ ਤੋਂ ਸੰਸਦ ਮੈਂਬਰ ਬਣਨ ਲਈ ਚੋਣ ਲੜਨਗੇ ਅਤੇ ਲਿਬਰਲ ਪਾਰਟੀ ਨੇ ਐਲਾਨ ਕੀਤਾ ਹੈ। ਕਾਰਨੀ ਦੇ ਵੱਲੋਂ ਦੇਸ਼ ਵਿੱਚ ਮੱਧਕਾਲੀ ਆਮ ਚੋਣਾਂ ਦਾ ਐਲਾਨ ਕੀਤਾ ਗਿਆ, ਜਿਸ ਲਈ VOTING ਜੋ ਹੈ 28 ਅਪ੍ਰੈਲ ਨੂੰ ਹੋਏਗੀ। ਇਹ ਚੋਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਪ੍ਰਭੂਸੱਤਾ ਲਈ ਖਤਰੇ ਅਤੇ ਵਪਾਰ ਯੁੱਧ ਦੇ ਡਰ ਦੇ ਪਿਛੋਕੜ ਵਿੱਚ ਹੋਵੇਗੀ। ਲਿਬਰਲ ਪਾਰਟੀ ਨੇ ਕਿਹਾ ਹੈ ਕਿ ਕਾਰਨੀ ਓਟਾਵਾ ਦੇ ਇੱਕ ਉਪਨਗਰ ਨੈਪੀਅਨ ਦੀ ਨੁਮਾਇੰਦਗੀ ਲਈ ਚੋਣ ਲੜਨਗੇ। ਪਾਰਟੀ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਕਿਹਾ ਕਿ ਓਟਾਵਾ ਉਹ ਥਾਂ ਹੈ ਜਿੱਥੇ ਕਾਰਨੀ ਨੇ ਆਪਣੇ ਪਰਿਵਾਰ ਦੀ ਪਰਵਰਿਸ਼ ਕੀਤੀ ਅਤੇ ਆਪਣਾ ਕਰੀਅਰ ਜਨਤਕ ਸੇਵਾ ਲਈ ਸਮਰਪਿਤ ਕੀਤਾ। ਉਹ ਕੈਨੇਡਾ ਦੇ ਕੇਂਦਰੀ ਬੈਂਕ ਦੇ ਮੁਖੀ ਵਜੋਂ ਸੇਵਾ ਨਿਭਾ ਚੁੱਕੇ ਹਨ। ਹਾਊਸ ਆਫ ਕਾਮਨਸ ਦੀਆਂ 343 ਸੀਟਾਂ ਜਾਂ ਜ਼ਿਲ੍ਹਿਆਂ ਲਈ ਚੋਣ ਪ੍ਰਚਾਰ 37 ਦਿਨਾਂ ਤੱਕ ਚੱਲੇਗਾ। ਸਾਬਕਾ ਕੇਂਦਰੀ ਬੈਂਕਰ ਮਾਰਕ ਕਾਰਨੀ ਨੇ 14 ਮਾਰਚ ਨੂੰ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ, ਪਰ ਹੁਣ ਉਹ ਸੰਸਦ ਸੀਟ ਲਈ ਵੀ ਲੜਾਈ ਕਰ ਰਹੇ ਹਨ, ਚੋਣ ਲੜਨਗੇ ਅਤੇ ਇਸ ਵਿੱਚ ਉਹਨਾਂ ਦੇ ਆਪੋਜ਼ਿਟ ਜੋ ਨੇ ਉਹ ਪੀਅਰੇ ਪੋਲੀਵਰ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਦੋਨਾਂ ਵਿੱਚ ਕੌਣ ਇਸ ਦੇ ਉੱਤੇ ਜਿੱਤ ਹਾਸਲ ਕਰਦਾ ਹੈ। ਸੋ ਕੈਨੇਡਾ ਦੇ ਵਿੱਚ ਆਮ ਚੋਣਾਂ ਲਈ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਹੋ ਚੁੱਕੀ ਹੈ। ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਉਹਨਾਂ ਦੇ ਵਿਰੋਧੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰੇ ਪੋਲੀਵਰ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕੈਨੇਡਾ ਦੀ ਪ੍ਰਭੂਸੱਤਾ ਦਾ ਸਨਮਾਨ ਕਰਨਾ ਚਾਹੀਦਾ ਹੈ। ਇਹ ਦੋਨੋਂ ਆਪਸ ਦੇ ਵਿੱਚ ਆਪੋਜ਼ਿਟ ਪਾਰਟੀ ਵੱਲੋਂ ਖੇਡ ਰਹੇ ਨੇ, ਯਾਨੀ ਕਿ ਆਪੋਜ਼ਿਟ ਪਾਰਟੀ ਵੱਲੋਂ ਚੋਣ ਲੜ ਰਹੇ ਨੇ, ਪਰ ਇਹਨਾਂ ਨੇ ਸਿੱਧਾ ਜਵਾਬ ਜੋ ਹੈ ਡੋਨਾਲਡ ਟਰੰਪ ਨੂੰ ਦਿੱਤਾ ਹੈ। ਮਾਰਕ ਕਾਰਨੀ ਹੋਣ ਜਾਂ ਫਿਰ ਪੀਅਰੇ ਪੋਲੀਵਰ, ਉਹਨਾਂ ਦੋਨਾਂ ਨੇ ਡੋਨਾਲਡ ਟਰੰਪ ਨੂੰ ਸਖਤ ਚੇਤਾਵਨੀ ਦੇ ਦਿੱਤੀ ਹੈ ਅਤੇ ਖਾਸ ਤੌਰ ਤੇ ਕਿਹਾ ਹੈ ਕਿ ਡੋਨਾਲਡ ਟਰੰਪ ਨੂੰ ਕੈਨੇਡਾ ਦੀ ਪ੍ਰਭੂਸੱਤਾ ਦਾ ਸਨਮਾਨ ਕਰਨਾ ਚਾਹੀਦਾ ਹੈ।
ਦੋਵਾਂ ਨੇ ਇਹ ਬਿਆਨ ਜੋ ਹੈ ਟਰੰਪ ਵੱਲੋਂ ਕੈਨੇਡਾ ਦੀ ਪ੍ਰਭੂਸੱਤਾ ਨੂੰ ਦਿੱਤੇ ਖਤਰੇ ਅਤੇ ਵਪਾਰ ਯੁੱਧ ਦੇ ਡਰ ਤੇ ਪਿਛੋਕੜ ਵੀ ਦਿੱਤਾ ਹੈ, ਕਿਉਂਕਿ ਡੋਨਲਡ ਟਰੰਪ ਲਗਾਤਾਰ ਕੈਨੇਡਾ ਨੂੰ ਬਹੁਤ ਕੁਝ ਕਹਿੰਦੇ ਆਏ ਨੇ। ਈਵਨ ਕਿ ਜਦੋਂ ਜਸਟਿਨ ਟਰੂਡੋ ਵੀ ਉੱਥੇ ਮੌਜੂਦ ਸੀ, ਜਦੋਂ ਪ੍ਰਧਾਨ ਮੰਤਰੀ ਸੀ, ਤੇ ਉਹਨਾਂ ਨੂੰ ਗਵਰਨਰ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣ ਜਾਣਾ ਚਾਹੀਦਾ ਹੈ ਅਤੇ ਕੈਨੇਡਾ ਨੂੰ ਲੈ ਕੇ ਹੋਰ ਵੀ ਬਹੁਤ ਸਾਰੀ ਚੀਜ਼ਾਂ ਕਹੀਆਂ। ਕੈਨੇਡਾ ਦੇ ਉੱਤੇ ਟੈਰਿਫ ਵੀ ਲਗਾਇਆ। ਇਹਨਾਂ ਸਭ ਚੀਜ਼ਾਂ ਨੂੰ ਲੈ ਕੇ ਕੈਨੇਡੀਅਨਸ ਦੇ ਮਨ ਦੇ ਵਿੱਚ ਡੋਨਲਡ ਟਰੰਪ ਨੂੰ ਲੈ ਕੇ ਬਹੁਤ ਜ਼ਿਆਦਾ ਗੁੱਸਾ ਵੀ ਹੈ। ਇਸ ਕਰਕੇ ਉੱਥੇ ਦੇ ਮੰਤਰੀਆਂ ਨੇ ਵੀ ਹੁਣ ਇਸ ਲਈ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਹੈ। ਪੀਅਰੇ ਪੋਲੀਵਰ ਅਤੇ ਮਾਰਕ ਕਾਰਨੀ ਜੋ ਪ੍ਰਧਾਨ ਮੰਤਰੀ ਨੇ ਇਸ ਵੇਲੇ ਕੈਨੇਡਾ ਦੇ, ਉਹਨਾਂ ਨੇ ਖਾਸ ਤੌਰ ਤੇ ਡੋਨਲਡ ਟਰੰਪ ਨੂੰ ਇਸ ਬਾਰੇ ਚੇਤਾਵਨੀ ਦੇ ਦਿੱਤੀ ਹੈ। ਕਾਰਨੀ ਨੇ ਐਲਾਨ ਕੀਤਾ ਹੈ ਕਿ 28 ਅਪ੍ਰੈਲ ਨੂੰ VOTING ਤੋਂ ਪਹਿਲਾਂ ਚੋਣ ਪ੍ਰਚਾਰ 5 ਹਫ਼ਤੇ ਚੱਲੇਗਾ। ਕਾਰਨੀ ਨੇ ਕਿਹਾ, ਰਾਸ਼ਟਰਪਤੀ ਟਰੰਪ ਦੀਆਂ ਅਨੁਚਿਤ ਵਪਾਰਕ ਕਾਰਵਾਈਆਂ ਅਤੇ ਸਾਡੀ ਪ੍ਰਭੂਸੱਤਾ ਵਿਰੁੱਧ ਉਹਨਾਂ ਦੀਆਂ ਧਮਕੀਆਂ ਕਾਰਨ ਅਸੀਂ ਆਪਣੇ ਜੀਵਨ ਦੇ ਸਭ ਤੋਂ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ। ਉਹਨਾਂ ਨੇ ਕਿਹਾ, ਰਾਸ਼ਟਰਪਤੀ ਟਰੰਪ ਦਾਅਵਾ ਕਰਦੇ ਹਨ ਕਿ ਕੈਨੇਡਾ ਅਸਲ ਵਿੱਚ ਇੱਕ ਦੇਸ਼ ਹੀ ਨਹੀਂ ਹੈ। ਉਹ ਸਾਨੂੰ ਤੋੜਨਾ ਚਾਹੁੰਦੇ ਹਨ ਤਾਂ ਜੋ ਅਮਰੀਕਾ ਸਾਡਾ ਮਾਲਕ ਬਣ ਸਕੇ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਲਿਬਰਲ ਪਾਰਟੀ ਨੇ ਐਲਾਨ ਕੀਤਾ ਕਿ ਕਾਰਨੀ ਸੰਸਦ ਮੈਂਬਰ ਬਣਨ ਲਈ ਪਹਿਲੀ ਵਾਰ ਓਟਾਵਾ ਦੇ ਉਪਨਗਰ ਨੈਪੀਅਨ ਤੋਂ ਚੋਣ ਲੜਨਗੇ। ਹਾਊਸ ਆਫ ਕਾਮਨਸ ਦੀਆਂ 343 ਸੀਟਾਂ ਜਾਂ ਜ਼ਿਲ੍ਹਿਆਂ ਲਈ ਚੋਣ ਪ੍ਰਚਾਰ 37 ਦਿਨਾਂ ਤੱਕ ਚੱਲੇਗਾ। ਉਧਰ ਹੀ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰੇ ਪੋਲੀਵਰ ਚੋਣ ਵਿੱਚ ਕਾਰਨੀ ਦੇ ਮੁੱਖ ਵਿਰੋਧੀ ਹਨ। ਉਹਨਾਂ ਨੇ ਕਿਹਾ ਕਿ ਟਰੰਪ ਦੇ ਵਿਰੁੱਧ ਉਹ ਵੀ ਖੜੇ ਹੋਏ ਹਨ ਅਤੇ ਕਿਹਾ ਕਿ ਉਹ ਜ਼ੋਰ ਦੇਣਗੇ ਕਿ ਰਾਸ਼ਟਰਪਤੀ ਯਾਨੀ ਕਿ ਡੋਨਲਡ ਟਰੰਪ ਕੈਨੇਡਾ ਦੀ ਆਜ਼ਾਦੀ ਅਤੇ ਪ੍ਰਭੂਸੱਤਾ ਨੂੰ ਮਾਨਤਾ ਦੇ। ਉਹਨਾਂ ਨੇ ਕਿਹਾ ਕਿ ਉਹ ਜ਼ੋਰ ਦੇਣਗੇ ਕਿ ਉਹ ਸਾਡੇ ਦੇਸ਼ ਤੇ ਟੈਰਿਫ ਲਗਾਉਣਾ ਬੰਦ ਕਰੇ ਤੇ ਉਹ ਜਾਣਦੇ ਹਨ ਕਿ ਬਹੁਤ ਸਾਰੇ ਲੋਕ ਚਿੰਤਿਤ, ਗੁੱਸੇ ਅਤੇ ਬੇਚੈਨ ਹਨ ਇਸ ਫੈਸਲੇ ਦੇ ਨਾਲ, ਕਿਉਂਕਿ ਜੋ ਡੋਨਲਡ ਟਰੰਪ ਇਸ ਵੇਲੇ ਕੈਨੇਡਾ ਦੇ ਨਾਲ ਕਰ ਰਹੇ ਹਨ ਉਸ ਦਾ ਬਹੁਤ ਜ਼ਿਆਦਾ ਅਸਰ ਕੈਨੇਡੀਅਨਸ ਦੇ ਉੱਤੇ ਪੈ ਰਿਹਾ ਹੈ। ਸੋ ਸਾਬਕਾ ਕੇਂਦਰੀ ਬੈਂਕਰ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ ਅਤੇ ਆਪਣੇ ਸਹੁੰ ਚੁੱਕਣ ਤੋਂ ਪਹਿਲੇ ਦਿਨ ਹੀ ਉਹਨਾਂ ਨੇ ਡੋਨਲਡ ਟਰੰਪ ਨੂੰ ਸਖਤ ਰਵੱਈਏ ਦੇ ਨਾਲ ਕਿਹਾ ਸੀ ਕਿ ਉਹ ਕਦੀ ਵੀ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਨਹੀਂ ਬਣਨ ਦੇਣਗੇ, ਕਿਉਂਕਿ ਕੈਨੇਡਾ ਇੱਕ ਵੱਖਰਾ ਦੇਸ਼ ਹੈ ਅਤੇ ਇਸ ਦੀ ਅਲੱਗ ਪ੍ਰਭੂਸੱਤਾ ਹੈ। ਇਸ ਦੇ ਆਪਣੇ ਰੂਲਸ, ਕਾਨੂੰਨ, ਕਾਇਦੇ ਹਨ ਜੋ ਕਿ ਅਮਰੀਕਾ ਨਹੀਂ ਐਸਾ ਕਰ ਸਕਦਾ, ਯਾਨੀ ਕਿ ਅਮਰੀਕਾ ਕੈਨੇਡਾ ਨੂੰ ਨਹੀਂ ਤੋੜ ਸਕਦਾ। ਸੋ ਕਾਰਨੀ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥਾਂ ਲਈ ਹੈ। ਟਰੂਡੋ ਨੇ ਜਨਵਰੀ ਵਿੱਚ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ ਸੀ। ਇਸ ਸਾਲ ਸੱਤਾਧਾਰੀ ਲਿਬਰਲ ਪਾਰਟੀ ਦੇ ਚੋਣਾਂ ਹਾਰਨ ਦੀ ਉਮੀਦ ਜਤਾਈ ਜਾ ਰਹੀ ਸੀ, ਪਰ ਟਰੰਪ ਨੇ ਟੈਰਿਫ ਦੇ ਰੂਪ ਵਿੱਚ ਆਰਥਿਕ ਯੁੱਧ ਦਾ ਐਲਾਨ ਕੀਤਾ ਅਤੇ ਪੂਰੇ ਦੇਸ਼ ਨੂੰ ਸੰਯੁਕਤ ਰਾਜ ਦੇ 51ਵੇਂ ਰਾਜ ਵਜੋਂ ਆਪਣੇ ਨਾਲ ਜੋੜਨ ਦੀ ਧਮਕੀ ਦਿੱਤੀ ਹੈ। ਹੁਣ ਇਹਨਾਂ ਬਦਲੇ ਹੋਏ ਸਮੀਕਰਨਾਂ ਕਾਰਨ ਦਾਅਵੇ ਕੀਤੇ ਜਾ ਰਹੇ ਹਨ ਕਿ ਲਿਬਰਲ ਪਾਰਟੀ ਚੋਣਾਂ ਵਿੱਚ ਲੀਡ ਹਾਸਲ ਕਰੇਗੀ। ਟਰੰਪ ਨੇ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਤੇ 25% ਡਿਊਟੀ ਲਗਾ ਦਿੱਤੀ ਹੈ ਅਤੇ 2 ਅਪ੍ਰੈਲ ਤੋਂ ਸਾਰੇ ਕੈਨੇਡੀਅਨ ਉਤਪਾਦਾਂ ਤੇ ਭਾਰੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਗਿਆ ਹੈ, ਜੋ ਕਿ ਜਲਦੀ ਹੀ ਸ਼ੁਰੂ ਹੋ ਜਾਏਗਾ। ਪਰ ਇਸ ਤੋਂ ਪਹਿਲਾਂ ਹੀ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਕੈਨੇਡੀਅਨਸ ਦੇ ਮੰਤਰੀਆਂ ਵੱਲੋਂ ਡੋਨਲਡ ਟਰੰਪ ਦੀ ਇਸ ਗੱਲ ਬਾਰੇ ਰਾਜ਼ੀ ਕੀਤਾ ਜਾਏਗਾ। ਫਿਲਹਾਲ ਉੱਥੇ ਚੋਣਾਂ ਹੋਣਗੀਆਂ, ਚੋਣਾਂ ਹੋਣ ਤੋਂ ਬਾਅਦ ਹੀ ਕੁਝ ਤੈਅ ਹੋਏਗਾ। ਅਮਰੀਕਾ ਤੇ ਕੈਨੇਡਾ ਦੇ ਵਿਚਾਲੇ ਇਸ ਸਮੇਂ ਮਾਹੌਲ ਬਹੁਤ ਤਣਾਅਪੂਰਨ ਬਣਿਆ ਹੋਇਆ ਹੈ ਕਿਉਂਕਿ ਇਸ ਦਾ ਅਸਰ ਬਹੁਤ ਸਾਰੇ ਨਾਗਰਿਕਾਂ ਤੇ ਵੀ ਪੈ ਰਿਹਾ ਹੈ। ਸੋ ਅਮਰੀਕਾ ਦੇ ਲੋਕ ਜਾਂ ਕੈਨੇਡਾ ਦੇ ਲੋਕ ਨੇ ਇਸ ਸਮੇਂ ਮਹਿੰਗਾਈ ਦਾ ਸਾਹਮਣਾ ਕਰ ਸਕਦੇ ਨੇ। ਆਉਣ ਵਾਲੇ ਸਮੇਂ ਵਿੱਚ ਅਗਰ ਇਹ ਟੈਰਿਫ ਯੁੱਧ ਨਹੀਂ ਰੁਕਦਾ ਤੇ ਬਹੁਤ ਵੱਡਾ ਨੁਕਸਾਨ ਦੋਨਾਂ ਦੇਸ਼ਾਂ ਨੂੰ ਹੋ ਸਕਦਾ ਹੈ। ਸੋ ਅਮਰੀਕਾ ਦੇ ਵਿੱਚ ਇਸ ਸਮੇਂ ਦੇਸ਼ ਨਿਕਾਲਾ ਵੀ ਚੱਲ ਰਿਹਾ ਹੈ, ਜਿਸ ਵਿੱਚ ਉਹਨਾਂ ਨੇ ਬਾਰਡਰ ਜੋ ਲੈ ਕੇ ਸੀਲ ਕਰ ਦਿੱਤਾ ਹੈ, ਯਾਨੀ ਕਿ ਆਪਣੇ ਉਸ ਏਰੀਆ ਨੂੰ ਜੋ ਕੈਨੇਡਾ ਦੇ ਨਾਲ ਉਹਨਾਂ ਦੀ ਸਰਹੱਦ ਲੱਗਦੀ ਸੀ ਉਸ ਏਰੀਆ ਨੂੰ ਬਿਲਕੁਲ ਹੀ ਬੰਦ ਕਰ ਦਿੱਤਾ। ਬਹੁਤ ਜ਼ਿਆਦਾ ਸਖਤੀ ਇਸ ਵੇਲੇ ਕੀਤੀ ਗਈ ਹੈ। ਕੈਨੇਡਾ ਦੇ ਨਾਲ ਇਹ ਧਮਕੀ ਦਿੱਤੀ ਗਈ ਸੀ ਇਸ ਕਰਕੇ ਕਿਉਂਕਿ ਅਮਰੀਕਾ ਨੇ ਕਿਹਾ ਕਿ ਕੈਨੇਡਾ ਦੇ ਥਰੂ ਹੀ ਬਹੁਤ ਸਾਰੇ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਵਿੱਚ ਪਹੁੰਚੇ ਸੀ। ਇਸ ਦੇ ਨਾਲ ਜੋ ਫੈਂਟਾਨਿਲ ਯਾਨੀ ਕਿ ਨਸ਼ਾ ਸੀਗਾ ਉਹ ਵੀ ਬਹੁਤ ਜ਼ਿਆਦਾ ਅਮਰੀਕਾ ਵਿੱਚ ਪਹੁੰਚਿਆ। ਇਹੀ ਵਜ੍ਹਾ ਹੈ ਕਿ ਅਮਰੀਕਾ ਨੇ ਸ਼ੁਰੂ ਤੋਂ ਹੀ ਯਾਨੀ ਕਿ ਡੋਨਲਡ ਟਰੰਪ ਨੇ ਆਪਣੇ ਚੋਣ ਮੁਹਿੰਮ ਦੇ ਦੌਰਾਨ ਹੀ ਜਦੋਂ ਰਾਸ਼ਟਰਪਤੀ ਨਹੀਂ ਵੀ ਬਣੇ ਸੀ ਉਦੋਂ ਤੋਂ ਹੀ ਉਹਨਾਂ ਨੇ ਕੈਨੇਡਾ ਨੂੰ ਧਮਕੀ ਦੇਣੀ ਸ਼ੁਰੂ ਕਰ ਦਿੱਤੀ ਸੀ ਕਿ ਉਹ ਜਦੋਂ ਵੀ ਸੱਤਾ ਵਿੱਚ ਆਉਣਗੇ ਤਾਂ ਕੈਨੇਡਾ ਤੇ ਭਾਰੀ ਟੈਰਿਫ ਲਗਾਉਣਗੇ। ਇਸ ਦੇ ਨਾਲ ਇਹ ਧਮਕੀ ਚੀਨ ਤੇ ਮੈਕਸੀਕੋ ਨੂੰ ਵੀ ਦਿੱਤੀ ਗਈ ਸੀਗੀ। ਮੈਕਸੀਕੋ ਤੇ ਵੀ ਭਾਰੀ ਟੈਰਿਫ ਲਗਾਇਆ ਗਿਆ ਸੀ ਪਰ ਉਸ ਨੂੰ ਕੁਝ ਦੇਰ ਲਈ ਮੁਲਤਵੀ ਕਰ ਦਿੱਤਾ ਗਿਆ ਕਿਉਂਕਿ ਇਹ ਉਹ 2 ਦੇਸ਼ ਨੇ ਜੋ ਕਿ ਅਮਰੀਕਾ ਦੇ ਨਾਲ ਲੱਗਦੇ ਨੇ ਅਤੇ ਇਹਨਾਂ ਦੇ ਥਰੂ ਹੀ ਬਹੁਤ ਸਾਰੇ ਗੈਰ ਕਾਨੂੰਨੀ ਪ੍ਰਵਾਸੀ
ਬੋਰਡਰ ਕ੍ਰੋਸ ਕਰਕੇ ਅਮਰੀਕਾ ਵਿੱਚ ਪਹੁੰਚੇ ਸੀ, ਜਿਨ੍ਹਾਂ ਨੂੰ ਅੱਜ ਡੋਨਾਲਡ ਟਰੰਪ ਆਪਣੇ ਦੇਸ਼ ਵਿੱਚੋਂ ਬਾਹਰ ਕੱਢ ਰਹੇ ਹਨ। ਸੋ ਕੈਨੇਡਾ ਦੇ ਉੱਤੇ ਭਾਰੀ ਟੈਰਿਫ ਲਗਾਉਣ ਦੀ ਜੇ ਧਮਕੀ ਦਿੱਤੀ ਗਈ ਸੀ ਅਤੇ ਟੈਰਿਫ ਲਗਾਇਆ ਵੀ ਗਿਆ ਹੈ। ਇਸ ਦੇ ਨਾਲ ਹੀ ਹੋਰ ਵੀ ਬਹੁਤ ਸਾਰੇ ਮੁਲਕ, ਜਿਸ ਵਿੱਚ ਭਾਰਤ ਵੀ ਸ਼ਾਮਲ ਹੈ, ਰੈਸੀਪ੍ਰੋਕਲ ਟੈਰਿਫ ਲਗਾਇਆ ਜਾਏਗਾ, ਯਾਨੀ ਕਿ ਜਿੰਨਾ ਟੈਰਿਫ ਭਾਰਤ ਲਗਾਏਗਾ ਉਨਾ ਹੀ ਅਮਰੀਕਾ ਵੀ ਟੈਰਿਫ ਭਾਰਤ ਤੇ ਲਗਾਏਗਾ। ਫਿਲਹਾਲ ਡੋਨਾਲਡ ਟਰੰਪ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਭਾਰਤ ਜੋ ਹੈ ਸਹਿਮਤ ਹੋ ਚੁੱਕਿਆ ਇਸ ਨੂੰ ਘੱਟ ਕਰਨ ਵਾਸਤੇ, ਪਰ ਹਜੇ ਤੱਕ ਭਾਰਤ ਵੱਲੋਂ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਉਹ ਅਮਰੀਕਾ ਦੇ ਉੱਤੇ जो वस्तुएं हैं उन्हां ते कितना टैरिफ लगाएगा और कितना टैरिफ जो अमेरिका बाद विच लगाएगा। फिलहाल 2 अप्रैल ਨੂੰ ਇਸ ਟੈਰਿਫ ਨੂੰ ਲਗਾਉਣ ਦੀ ਗੱਲ ਕੀਤੀ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅਮਰੀਕਾ ਭਾਰਤ ਉੱਤੇ ਕਿੰਨਾ ਜ਼ਿਆਦਾ ਟੈਰਿਫ ਲਗਾਉਂਦਾ ਹੈ ਅਤੇ ਕੀ ਦੋਨਾਂ ਦੇਸ਼ਾਂ ਵਿੱਚ ਟੈਰਿਫ ਨੂੰ ਲੈ ਕੇ ਕੋਈ ਸਹਿਮਤੀ ਬਣਦੀ ਹੈ ਕਿ ਨਹੀਂ ਬਣਦੀ, ਕਿਉਂਕਿ ਅਗਲੇ ਮਹੀਨੇ ਅਮਰੀਕਾ ਦੇ ਬਹੁਤ ਸਾਰੇ ਨੇਤਾ, ਜਿਸ ਵਿੱਚ ਉਪ ਰਾਸ਼ਟਰਪਤੀ JD ਵੈਂਸ ਸ਼ਾਮਲ ਨੇ, ਵਿਦੇਸ਼ ਮੰਤਰੀ ਸ਼ਾਮਲ ਨੇ, ਇਹ ਸਾਰੇ ਭਾਰਤ ਦਾ ਦੌਰਾ ਕਰਨਗੇ ਅਤੇ ਇਸ ਦੌਰੇ ਦੌਰਾਨ ਇਸੇ ਬਾਰੇ ਗੱਲਾਂ ਕੀਤੀਆਂ ਜਾਣਗੀਆਂ। ਇਸ ਟੈਰਿਫ ਨੀਤੀ ਬਾਰੇ ਗੱਲ ਕੀਤੀ ਜਾਏਗੀ ਕਿ ਕੀ ਕੁਝ ਬਦਲਾਅ ਹੋਣੇ ਚਾਹੀਦੇ ਨੇ, ਇਸ ਟੈਰਿਫ ਨੂੰ ਹਟਾਇਆ ਕਿਵੇਂ ਜਾਏ ਜਾਂ ਇਸ ਨੂੰ ਘੱਟ ਕਿਵੇਂ ਕੀਤਾ ਜਾਏ। ਸੋ ਦੋਨੋਂ ਦੇਸ਼ਾਂ ਦੇ ਮੰਤਰੀ ਆਪਸ ਵਿੱਚ ਮੁਲਾਕਾਤ ਕਰਨਗੇ। ਉਮੀਦ ਜਤਾਈ ਜਾ ਰਹੀ ਹੈ ਕਿ ਦੋਨਾਂ ਦੇਸ਼ਾਂ ਦੀ ਪ੍ਰਭੂਸੱਤਾ ਨੂੰ ਕਾਇਮ ਰੱਖਣ ਵਾਸਤੇ, ਦੋਨਾਂ ਦੇਸ਼ਾਂ ਦੇ ਰਿਸ਼ਤੇ ਨੂੰ ਮਜ਼ਬੂਤ ਕਰਨ ਵਾਸਤੇ ਇਹ ਦੌਰੇ ਕੀਤੇ ਜਾਣਗੇ। ਦੋਨੋਂ ਦੇਸ਼ਾਂ ਨੂੰ ਮਜ਼ਬੂਤ ਕਰਨ ਵਾਸਤੇ ਇਹ ਸਭ ਕੁਝ ਕੀਤਾ ਜਾਏਗਾ। ਫਿਲਹਾਲ ਟੈਰਿਫ ਦੇ ਉੱਤੇ ਗੱਲ ਕੀਤੀ ਜਾ ਸਕਦੀ ਹੈ, ਕਿਹਾ ਜਾ ਰਿਹਾ, ਪਰ ਉਹਨਾਂ ਦੇ ਦੌਰੇ ਤੋਂ ਪਹਿਲਾਂ ਹੀ ਡੋਨਾਲਡ ਟਰੰਪ ਵੱਲੋਂ 2 ਅਪ੍ਰੈਲ ਨੂੰ ਇਹ ਟੈਰਿਫ ਲਗਾ ਦਿੱਤਾ ਜਾਏਗਾ। ਹੁਣ ਇਸ ਤੋਂ ਬਾਅਦ ਦੇਖਣਾ ਹੋਏਗਾ ਕਿ ਜਦੋਂ ਉਪ ਰਾਸ਼ਟਰਪਤੀ ਅਮਰੀਕਾ ਦੇ ਉਪ ਰਾਸ਼ਟਰਪਤੀ ਇੱਥੇ ਪਹੁੰਚਣਗੇ ਭਾਰਤ ਵਿੱਚ, ਤੇ ਕੀ ਕੁਝ ਬਦਲਾਅ ਜਿਹੜੇ ਨੇ ਹੋ ਸਕਦੇ ਨੇ, ਕਿੰਨਾ ਗੱਲਾਂ ਤੇ ਸਹਿਮਤੀ ਬਣ ਸਕਦੀ ਹੈ ਤੇ ਕੀ ਕੁਝ ਪ੍ਰਸਤਾਵ ਜਿਹੜਾ ਭਾਰਤ ਜਾਂ ਅਮਰੀਕਾ ਇੱਕ ਦੂਸਰੇ ਦੇ ਸਾਹਮਣੇ ਰੱਖੇਗਾ। ਸੋ ਇਹ ਸੀ ਅੱਜ ਦੇ ਪ੍ਰੋਗਰਾਮ ਇੰਟਰਨੈਸ਼ਨਲ ਅਪਡੇਟ ਦੇ ਵਿੱਚ ਕੁਝ ਖਾਸ ਅਪਡੇਟਸ। ਹੋਰ ਅਪਡੇਟਸ ਲੈ ਕੇ ਮੈਂ ਸੁਰਭੀ ਫਿਰ ਤੋਂ ਹਾਜ਼ਰ ਹੋਵਾਂਗੀ। ਤੁਸੀਂ ਬਣੇ ਰਹਿਣਾ ਸਾਡੇ ਚੈਨਲ ਪੰਜਾਬ ਮੇਰੇ USA TV ਦੇ ਨਾਲ। ਤੁਹਾਡੇ ਸਭ ਦਾ ਜੀ ਬਹੁਤ ਬਹੁਤ ਧੰਨਵਾਦ।